ਸਤਨਾਮ ਸ੍ਰੀ ਵਾਹਿਗੁਰੂ ਜੀਓ ਸਾਹਿਬ ਜੀ। ਗੌੜੀ ਜੀਵਤ ਮਰੈ ਮਰੈ ਫੁਨ ਜੀਵੈ, ਐਸੇ ਸੁਨ ਸਮਾਇਆ। ਅੰਜਨ ਮਾਏ ਨਿਰੰਜਨ ਰਹੀਐ, ਬਹੁੜ ਨ ਭਵਜਲ ਪਾਇਆ। ਜੀਵਤ ਮਰੈ ਮਰੈ ਫੁਨ ਜੀਵੈ, ਐਸੇ ਸੁਨ ਸਮਾਇਆ। ਅੰਜਨ ਮਾਹੇ ਨਿਰੰਜਨ ਰਹੀਐ, ਬਹੁੜ ਨਾ ਭਵਜਲ ਪਾਇਆ। ਮੇਰੇ RAM ਐਸਾ ਖੀਰ ਬਿਲੋਈਐ, ਗੁਰਮਤਿ ਮਨੁਆ ਅਸਥਿਰ ਰਾਖੋ। ਇਨ ਬਿਦ ਅੰਮ੍ਰਿਤ ਪਿਓਈਐ ਰਹਾਉ। ਗੁਰ ਕੈ ਬਾਣ ਬਜਰ ਕਲ ਛੇਦੀ, ਪ੍ਰਗਟਿਆ ਪਦ ਪਰਗਾਸਾ। ਸਕਤ ਅਧੇਰ ਜੇਵੜੀ ਭਰਮ ਚੂਕਾ, ਨਿਹਚਲ ਸਿਵ ਕਰ ਵਾਸਾ। ਤਿਨ ਬਿਨ ਬਾਣੈ ਧਨਕ ਚੜਾਈਐ, ਏਉ ਜਗ ਵੇਦਿਆ ਭਾਈ। ਦੈਂਦਿਜ ਬੂਢੀ ਭਵਨ ਚੁਲਾਵੈ, ਡੋਰ ਰਹੀ ਲਿਵ ਲਾਈ। ਉਨ ਮਨ ਮਨੁਆ ਸੁਨ ਸਮਾਨਾ, ਦੁਬਦਾ ਦੁਰਮਤ ਭਾਗੀ। ਕਹੋ ਕਬੀਰ ਅਨਭਉ ਇਕ ਦੇਖਿਆ, RAM ਨਾਮ ਲਿਵ ਲਾਗੀ। ਉਨ ਮਨ ਮਨੁਆ ਸੁਨ ਸਮਾਨਾ, ਦੁਬਦਾ ਦੁਰਮਤ ਭਾਗੀ। ਕਹੋ ਕਬੀਰ ਅਨਭਉ ਇਕ ਦੇਖਿਆ, RAM ਨਾਮ ਲਿਵ ਲਾਗੀ। ਗੌੜੀ ਜੀਵਤ ਮਰੈ ਮਰੈ ਫੁਨ ਜੀਵੈ, ਐਸੇ ਸੁਨ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ। ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਇਹ ਪਵਿੱਤਰ ਬਾਣੀ ਇੱਕ ਅਮੋਲਕ ਖਜ਼ਾਨਾ ਹੈ। ਇਹਦੇ ਵਿੱਚ ਸਾਰੇ ਹੀ ਪਦਾਰਥ ਮੌਜੂਦ ਹਨ। ਰਤਨਾ ਰਤਨ ਪਦਾਰਥ, ਬਹੁ ਸਾਗਰ ਭਰਿਆ RAM। ਬਾਣੀ ਗੁਰਬਾਣੀ ਲਾਗੇ, ਤਿੰਨ ਹੱਥ ਚੜਿਆ RAM। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਦੀ ਵਿਚਾਰ ਸਾਡੇ ਜੀਵਨ ਦਾ ਸੁਧਾਰ ਕਰਨ ਵਾਲੀ ਹੈ। ਭਗਤ ਕਬੀਰ ਜੀ ਇੱਕ ਉੱਚ ਕੋਟੀ ਦੇ ਭਗਤ ਹੋਏ ਹਨ। ਉਹਨਾਂ ਨੇ ਗੌੜੀ ਰਾਗ ਦੇ ਅੰਦਰ ਜੋ ਪਾਵਨ ਪਵਿੱਤਰ ਉਪਦੇਸ਼ ਉਚਾਰਨ ਕੀਤੇ, ਉਹਨਾਂ ਦੀ ਵਿਚਾਰ ਚੱਲ ਰਹੀ ਹੈ। ਭਗਤ ਕਬੀਰ ਜੀ ਦੇ ਪਾਸ ਕੋਈ ਜਗਿਆਸੂ ਆਇਆ ਹੈ। ਉਸਨੇ ਭਗਤ ਕਬੀਰ ਜੀ ਦੇ ਚਰਨਾਂ ਦੇ ਵਿੱਚ ਸਾ ਨਿਮਰ ਸਾ ਪ੍ਰੇਮ ਬੇਨਤੀ ਕੀਤੀ, ਭਗਤ ਜੀ ਮੈਨੂੰ ਇਹ ਦੱਸੋ, ਅਫੁਰ ਅਵਸਥਾ ਕਿਵੇਂ ਪ੍ਰਾਪਤ ਹੋ ਸਕਦੀ ਹੈ, ਤੇ ਨਾਲ ਕਿਰਪਾ ਕਰਕੇ ਇਹ ਵੀ ਦੱਸੋ, ਇਸ ਭੈਦਾਇਕ ਸੰਸਾਰ ਸਮੁੰਦਰ ਤੋਂ ਕਿਵੇਂ ਛੁਟਕਾਰਾ ਮਿਲ ਸਕਦਾ ਹੈ। ਤੇ ਨਾਲ ਇਹ ਵੀ ਕਿਰਪਾ ਕਰਕੇ ਦੱਸ ਦਿਓ
ਨਾਮ ਦਾ ਅੰਮ੍ਰਿਤ ਰਸ ਕਿਵੇਂ ਪ੍ਰਾਪਤ ਹੋ ਸਕਦਾ ਹੈ, ਤਾਂ ਭਗਤ ਕਬੀਰ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਮੇਰੇ RAM ਐਸਾ ਖੀਰ ਬਲੋਈਐ ਗੁਰਮਤਿ ਮਨੁਆ ਅਸਥਿਰ ਰੱਖੋ, ਇਨ ਬਿਦ ਅੰਮ੍ਰਿਤ ਪੀ ਹੋਈਐ ਰਹਾਓ। RAM ਸ਼ਬਦ ਦੁਆਰਾ ਉਸ ਪ੍ਰੇਮੀ ਨੂੰ, ਜਗਿਆਸੂ ਨੂੰ ਸੰਬੋਧਨ ਕੀਤਾ ਹੈ। ਮੇਰੇ RAM, ਐ ਮੇਰੇ ਵਾਹਿਗੁਰੂ, ਐ ਮੇਰੇ ਪਿਆਰੇ, ਐਸਾ ਖੀਰ ਬਲੋਈਐ। ਖੀਰ ਦਾ ਅਰਥ ਹੈ ਦੁੱਧ, ਵੀ ਇਹੋ ਜਿਹਾ ਖੀਰ ਦੁੱਧ। ਬਲੋਈਐ ਦਾ ਅਰਥ ਹੈ ਮਥਨਾ, ਰਿੜਕਣਾ। ਐ ਮੇਰੇ ਪਿਆਰੇ, ਪਾਣੀ ਦੀ ਥਾਂ ਤੇ ਐਸਾ ਦੁੱਧ ਸਾਨੂੰ ਰਿੜਕਣਾ ਚਾਹੀਦਾ ਹੈ। ਭਾਵ ਆਤਮਾ ਦੀ ਵਿਚਾਰ ਕਰਨੀ ਚਾਹੀਦੀ ਹੈ, ਗੁਰੂ ਸ਼ਬਦ ਦੀ ਵਿਚਾਰ ਕਰਨੀ ਚਾਹੀਦੀ ਹੈ, ਨਿਸ਼ਕਾਮ ਕਰਮਾਂ ਦੀ ਸਾਨੂੰ ਵਿਚਾਰ ਕਰਨੀ ਚਾਹੀਦੀ ਹੈ, ਕਿਉਂਕਿ ਇਹ ਦੁੱਧ ਹੈ। ਐ ਮੇਰੇ ਪਿਆਰੇ, ਜਿਹੜੇ ਸਕਾਮ ਕਰਮ ਹਨ ਉਹ ਤੇ ਪਾਣੀ ਵਾਂਗ ਨੇ, ਉਹਨਾਂ ਨੂੰ ਰਿੜਕਣ ਦੇ ਨਾਲ ਸਾਨੂੰ ਮੁਕਤੀ ਦਾ ਮੱਖਣ ਨਹੀਂ ਮਿਲ ਸਕਦਾ। ਹਾਂ, ਜੇ ਮੁਕਤੀ ਦਾ ਮੱਖਣ ਪ੍ਰਾਪਤ ਕਰਨਾ ਹੈ ਤਾਂ ਫਿਰ ਸਾਨੂੰ ਦੁੱਧ ਰਿੜਕਣਾ ਚਾਹੀਦਾ ਹੈ, ਅਥਵਾ ਖੀਰ ਤੋਂ ਮੁਰਾਦ ਹੈ ਜੋ ਗੁਰੂ ਵੱਲੋਂ ਦੀਖਿਆ ਮੰਤਰ ਪ੍ਰਾਪਤ ਹੋਇਆ ਹੈ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਐ ਮੇਰੇ ਪਿਆਰੇ, ਉਸ ਵਾਹਿਗੁਰੂ ਦੇ ਨਾਮ ਦੇ ਦੁੱਧ ਨੂੰ ਰਿੜਕਣਾ ਚਾਹੀਦਾ ਹੈ। ਰਿੜਕਣਾ ਕਿਵੇਂ ਹੈ? ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ, ਸਹਿਜ ਬਿਲੋਵਹੁ ਜੈਸੇ ਤਤ ਨ ਜਾਈ। ਵਾਹਿਗੁਰੂ ਦੇ ਨਾਮ ਦਾ ਅਭਿਆਸ ਇਸ ਤਰ੍ਹਾਂ ਕਰੋ, ਨਾ ਤੇ ਉਹਦੇ ਵਿੱਚ ਆਲਸ ਕਰਨੀ ਚਾਹੀਦੀ ਹੈ ਤੇ ਨਾ ਹੀ ਬਹੁਤੀ ਕਾਹਲੀ ਕਰਨੀ ਚਾਹੀਦੀ ਹੈ। ਆਲਸ ਕਰਨ ਦੇ ਨਾਲ ਵੀ ਆਤਮਕ ਆਨੰਦ ਦਾ ਮੱਖਣ ਨਹੀਂ ਪ੍ਰਾਪਤ ਹੋ ਸਕਦਾ, ਤੇ ਜੇ ਬਹੁਤੀ ਕਾਹਲੀ ਕਰਦੇ ਹਾਂ ਉਹਦੇ ਨਾਲ ਵੀ ਮਨ ਸ਼ਾਂਤ ਨਹੀਂ ਹੁੰਦਾ। ਇਸੇ ਲਈ ਗੁਰਮਤਿ ਦਾ ਮਾਰਗ ਸਹਿਜ ਦਾ ਮਾਰਗ ਹੈ। ਜਿਵੇਂ ਕੋਈ ਆਦਮੀ ਕੀੜੀ ਦੀ ਤੋਰ ਤੁਰੇ, ਉਹ ਵੀ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਜਿਹੜਾ ਇੱਕਦਮ ਵਾਹੋ ਦਾਹੀ ਭੱਜਣ ਦੀ ਕੋਸ਼ਿਸ਼ ਕਰੇ, ਉਹ ਵੀ ਥੱਕ ਜਾਂਦਾ ਹੈ। ਇੱਕ ਸਹਿਜ ਦੀ ਗਤੀ ਹੈ, ਇੱਕ ਸਹਿਜ ਦਾ ਮਾਰਗ ਹੈ, ਇੱਕ ਸਹਿਜ ਦੀ ਚਾਲ ਹੈ। ਗੁਰਸਿੱਖ ਮੀਤ ਚੱਲਹੁ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮੰਨਹੁ, ਹਰ ਹਰ ਕਥਾ ਨਿਰਾਲੀ। ਉਸ ਸਹਿਜ ਦੇ ਵਿੱਚ ਅਸੀਂ ਜਦੋਂ ਚੱਲਦੇ ਹਾਂ ਆਪਣੀ ਮੰਜ਼ਿਲ ਤੇ ਵੀ ਪਹੁੰਚ ਜਾਈਦਾ। ਇਹਦੇ ਨਾਲ ਨਾਲ ਥਕਾਵਟ ਵੀ ਘੱਟ ਹੁੰਦੀ ਹੈ, ਸਾਹ ਵੀ ਘੱਟ ਚੜ੍ਹਦਾ ਹੈ। ਇਸ ਲਈ ਮਨ ਮਾਰ ਕੇ ਸਾਨੂੰ ਚੱਲਦੇ ਰਹਿਣਾ ਚਾਹੀਦਾ ਹੈ। ਇਹ ਹੈ ਗੁਰਮਤਿ ਦਾ ਸਿਧਾਂਤ। ਨਾ ਆਲਸ ਕਰਨੀ ਹੈ ਤੇ ਨਾ ਹੀ ਬਹੁਤੀ ਕਾਹਲੀ ਕਰਨੀ ਹੈ। ਮੇਰੇ RAM ਐਸਾ ਖੀਰ ਬਲੋਈਏ। ਐ ਮੇਰੇ ਪਿਆਰੇ, ਇਸ ਢੰਗ ਦੇ ਨਾਲ ਭਾਵ ਸਹਿਜ ਦੇ ਵਿੱਚ ਸਾਨੂੰ ਗੁਰੂ ਸ਼ਬਦ ਦੀ ਵਿਚਾਰ ਕਰਨੀ, ਗੁਰ ਮੰਤਰ ਦਾ ਜਾਪ ਤੇ ਅਭਿਆਸ ਕਰਨਾ, ਇਹ ਦੁੱਧ ਰਿੜਕਣਾ ਚਾਹੀਦਾ ਹੈ। ਤੇ ਨਾਲ ਹੀ ਗੁਰਮਤਿ ਮਨੁਆ ਅਸਥਿਰ ਰੱਖੋ, ਇਨ ਬਿਦ ਅੰਮ੍ਰਿਤ ਪੀ ਹੋਈਐ। ਭਗਤ ਜੀ ਫਰਮਾਉਂਦੇ ਹਨ, ਗੁਰੂ ਦੀ ਮੱਤ ਨੂੰ ਧਾਰਨ ਕਰਕੇ ਆਪਣੇ ਇਸ ਚੰਚਲ ਮਨ ਨੂੰ ਅਚਲ ਕਰਕੇ ਰੱਖੋ। ਇਹਦਾ ਮਤਲਬ ਇਹ ਹੈ, ਗੁਰੂ ਦੀ ਮੱਤ ਨੂੰ ਧਾਰਨ ਕਰਕੇ ਮਨ ਲੋਚੈ ਬੁਰਾਈਆਂ ਗੁਰ ਸ਼ਬਦੀ, ਇਹ ਮਨ ਹੋੜੀਐ। ਇਹ ਮਨ ਬੁਰੇ ਖਿਆਲਾਂ ਦੇ ਵਿੱਚ ਪੈ ਜਾਂਦਾ ਹੈ। ਇਸ ਮਨ ਨੂੰ ਗੁਰੂ ਸ਼ਬਦ ਦੁਆਰਾ ਰੋਕਣਾ ਹੈ।
ਤੇ ਫਿਰ ਉਹਨੂੰ ਸ਼ਬਦ ਦੇ ਸਿਧਾਂਤ ਦੇ ਵਿੱਚ ਵਾਹਿਗੁਰੂ ਨਾਮ ਦੇ ਵਿੱਚ ਜੋੜਨਾ ਹੈ। ਗੁਰਮਤਿ ਮਨੁਆ ਅਸਥਿਰ ਰੱਖੋ, ਇਉਂ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਆਪਣੇ ਚੰਚਲ ਮਨ ਨੂੰ ਅਡੋਲ ਕਰਕੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਟਿਕਾ ਕੇ ਰੱਖੋ। ਇਨ ਬਿਧ ਅੰਮ੍ਰਿਤ ਪੀ ਹੋਈ ਹੈ। ਇਸ ਢੰਗ ਦੇ ਨਾਲ ਤੁਸੀਂ ਅੰਮ੍ਰਿਤ ਨੂੰ ਪੀ ਸਕਦੇ ਹੋ। ਅੰਮ੍ਰਿਤ ਕੀ ਹੈ? ਨਾਮ ਬਾਣੀ ਦਾ ਰਸ। ਅੰਮ੍ਰਿਤ ਕੀ ਹੈ? ਆਤਮਿਕ ਆਨੰਦ। ਅੰਮ੍ਰਿਤ ਕੀ ਹੈ? ਮੁਕਤੀ ਦਾ ਰਸ। ਅੰਮ੍ਰਿਤ ਕੀ ਹੈ? ਵਾਹਿਗੁਰੂ ਦੇ ਮਿਲਾਪ ਦਾ ਆਨੰਦ। ਹਜ਼ੂਰ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਅੰਮ੍ਰਿਤ ਪੀਤਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਗੁਰੂ ਦੀ ਮੱਤ ਨੂੰ ਧਾਰਨ ਕਰੋ, ਫਿਰ ਗੁਰ ਮੰਤਰ ਮੂਲ ਮੰਤਰ ਦਾ ਅਭਿਆਸ ਕਰੋ ਤੇ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਲਵੋ। ਜਦੋਂ ਤੁਹਾਡਾ ਮਨ ਗੁਰੂ ਚਰਨਾਂ ਦੇ ਵਿੱਚ ਜੁੜ ਜਾਵੇਗਾ ਫਿਰ ਤੁਹਾਨੂੰ ਉਹ ਅੰਮ੍ਰਿਤ ਦੀ ਦਾਤ ਪ੍ਰਾਪਤ ਹੋ ਸਕਦੀ ਹੈ। ਮਹਾਰਾਜ ਅਫੁਰ ਸਰੂਪ ਦੇ ਵਿੱਚ ਕਿਵੇਂ ਸਮਾਇਆ ਜਾ ਸਕਦਾ ਹੈ? ਲਓ ਹੁਣ ਆਰੰਭ ਤੋਂ ਭਗਤ ਕਬੀਰ ਜੀ ਜੋ ਉਪਦੇਸ਼ ਦੇ ਰਹੇ ਹਨ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਜੀਵਤ ਮਰੈ, ਮਰੈ ਫੁਨ ਜੀਵੈ, ਐਸੇ ਸੁਨ ਸਮਾਇਆ। ਗੌੜੀ ਰਾਗ ਵਿੱਚ ਭਗਤ ਕਬੀਰ ਜੀ ਫਰਮਾ ਰਹੇ ਹਨ, ਗੁਰਮੁਖੋ ਅਫੁਰ ਸਰੂਪ ਦੇ ਵਿੱਚ ਸਮਾਉਣ ਦੇ ਲਈ ਜੀਵਤ ਮਰੈ, ਜਿਉਂਦੇ ਜੀ ਮਰਨਾ ਪੈਂਦਾ। ਭਗਤ ਕਬੀਰ ਜੀ ਦਾ ਇੱਕ ਵਾਕ ਹੈ, ਕਬੀਰ ਮਰਤਾ ਮਰਤਾ ਜਗ ਮੁਆ, ਮਰ ਭੇ ਨ ਜਾਣੈ ਕੋਇ, ਐਸੀ ਮਰਨੀ ਜੋ ਮਰੈ, ਬਹੁਰ ਨਾ ਮਰਨਾ ਹੋਏ। ਭਗਤ ਕਬੀਰ ਜੀ ਨੇ ਪਿੱਛੇ ਇਹ ਵੀ ਬਚਨ ਆਖਿਆ ਸੀ, ਐਸੇ ਮਰੋ ਜੇ ਬਹੁਰ ਨਾ ਮਰਨਾ। ਜੀਵਤ ਮਰੈ, ਜਿਉਂਦੇ ਜੀ ਮਰਨਾ ਪਵੇਗਾ। ਮਰੈ ਫੁਨ ਜੀਵੈ, ਜਿਹੜਾ ਪੁਰਸ਼ ਜਿਉਂਦੇ ਜੀ ਮਰ ਜਾਂਦਾ ਹੈ ਤੇ ਮਰ ਕੇ ਫਿਰ ਜੀ ਉੱਠਦਾ ਹੈ। ਐਸੇ ਸੁਨ ਸਮਾਇਆ, ਐਸ ਢੰਗ ਦੇ ਨਾਲ ਉਸ ਅਫੁਰ ਸਰੂਪ ਦੇ ਵਿੱਚ ਸਮਾਇਆ ਜਾਂਦਾ ਹੈ। ਜਿਉਂਦੇ ਜੀ ਮਰਨ ਤੋਂ ਮੁਰਾਦ ਇਹ ਹੈ, ਜਿਉਂਦੇ ਜੀ ਸੰਸਾਰ ਦਾ ਮੋਹ ਛੱਡਣਾ ਹੈ, ਜਿਉਂਦੇ ਜੀ ਸਰੀਰ ਦਾ ਮੋਹ ਵੀ ਛੱਡਣਾ ਹੈ। ਜਦੋਂ ਸੰਸਾਰ ਦਾ ਮੋਹ ਟੁੱਟ ਜਾਂਦਾ ਹੈ, ਸਰੀਰ ਦਾ ਸਨੇਹ ਵੀ ਟੁੱਟ ਜਾਂਦਾ ਹੈ ਤੇ ਫਿਰ ਜਿਉਂਦੇ ਜੀ ਇੱਕ ਮਰਨ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਅਥਵਾ ਜੀਵਤ ਮਰੈ ਦਾ ਅਰਥ ਇਹ ਵੀ ਹੈ, ਜਿਉਂਦੇ ਜੀ ਆਪਣੇ ਮਨ ਨੂੰ ਮਾਰਨਾ ਪੈਂਦਾ ਹੈ। ਮਨ ਦੇ ਸੰਕਲਪਾਂ ਵਿਕਲਪਾਂ ਨੂੰ, ਮਨ ਦੀਆਂ ਵਾਸ਼ਨਾਵਾਂ ਨੂੰ ਰੋਕਣਾ ਪੈਂਦਾ ਹੈ। ਜਿਹੜਾ ਮਨੁੱਖ ਜੀਵਤ ਭਾਵ ਤੋਂ ਮਰ ਜਾਂਦਾ ਹੈ ਤੇ ਮਰ ਕੇ ਫਿਰ ਜੀ ਵੀ ਉੱਠਦਾ ਹੈ, ਭਾਵ ਆਤਮਿਕ ਜੀਵਨ ਦੇ ਵਿੱਚ, ਰੂਹਾਨੀ ਜੀਵਨ ਦੇ ਵਿੱਚ ਜੀ ਉੱਠਦਾ ਹੈ। ਐਸੇ ਸੁਨ ਸਮਾਇਆ, ਐਸ ਢੰਗ ਦੇ ਨਾਲ, ਐਸ ਤਰਕੀਬ ਦੇ ਨਾਲ, ਐਸ ਜੁਗਤੀ ਨਾਲ ਅਫੁਰ ਸਰੂਪ ਦੇ ਵਿੱਚ ਸਮਾਇਆ ਜਾਂਦਾ ਹੈ। ਅੰਜਨ ਮਾਏ ਨਿਰੰਜਨ ਰਹੀਐ, ਬੌੜ ਨਾ ਭਵਜਲ ਪਾਇਆ। ਲੋ ਭਗਤ ਜੀ ਫਰਮਾਉਂਦੇ ਹਨ, ਅੰਜਨ ਮਾਹੇ, ਇਹ ਸੰਸਾਰ ਅੰਜਨ ਰੂਪ ਹੈ। ਅੰਜਨ ਦਾ ਅਰਥ ਹੈ ਕੱਜਲ, ਅੰਜਨ ਦਾ ਅਰਥ ਹੈ ਸੁਰਮਾ। ਇਹ ਸੰਸਾਰ ਵੀ ਇੱਕ ਕੱਜਲ ਦੀ ਕੋਠੜੀ ਹੈ। ਭਗਤ ਜੀ ਫਰਮਾਉਂਦੇ ਨੇ, ਅੰਜਨ ਮਾਹੇ, ਇਸ ਅੰਜਨ ਰੂਪ ਸੰਸਾਰ ਦੇ ਵਿੱਚ, ਭਾਵ ਇਸ ਕੱਜਲ ਦੇ ਕੋਠੇ ਵਿੱਚ ਰਹਿ ਕੇ ਨਿਰੰਜਨ ਰਹੀ ਹੈ। ਸਾਨੂੰ ਨਿਰਲੇਪ ਹੋ ਕੇ, ਭਾਵ ਸ਼ੁੱਧ ਸਰੂਪ ਦੇ ਵਿੱਚ ਜੁੜੇ ਰਹਿਣਾ ਚਾਹੀਦਾ ਹੈ। ਬਹੁਰ ਨਾ ਭਵਜਲ ਪਾਇਆ, ਜਿਹੜਾ ਕੱਜਲ ਦੇ ਕੋਠੜੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਿਆ ਰਹਿੰਦਾ ਹੈ, ਉਹ ਭਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਬਹੁੜ ਨਾ ਭਵਜਲ ਪਾਇਆ, ਉਹਨੇ ਦੁਬਾਰਾ ਮੁੜ ਕੇ ਭਵਜਲ ਨੂੰ ਪ੍ਰਾਪਤ ਹੀ ਨਹੀਂ ਕੀਤਾ, ਭਾਵ ਉਸ ਨੂੰ ਦੁਬਾਰਾ ਸੰਸਾਰ ਦੇ ਵਿੱਚ ਗੋਤੇ ਨਹੀਂ ਖਾਣੇ ਪਏ।
ਜਿਹੜਾ ਇਸ ਕੱਜਲ ਦੇ ਕੋਠੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਇਸ ਤੋਂ ਅਸੰਗ ਹੋ ਕੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜੁੜਿਆ ਰਹਿੰਦਾ ਹੈ, ਉਹਨੂੰ ਦੁਬਾਰਾ ਮੁੜ ਕੇ ਭਵ ਸਾਗਰ ਦੇ ਵਿੱਚ ਗੋਤੇ ਨਹੀਂ ਖਾਣੇ ਪੈਂਦੇ। ਮੇਰੇ RAM ਐਸਾ ਖੀਰ ਬਿਲੋਈਐ, ਗੁਰਮਤਿ ਮਨੁਆ ਅਸਥਿਰ ਰਾਖੋ, ਇਨ ਬਿਧ ਅੰਮ੍ਰਿਤ ਪਿਓਈਐ ਰਹਾਉ। ਇਹ ਹਨ ਸਿਧਾਂਤ ਰੂਪ ਪੰਕਤੀਆਂ। ਇਹਨਾਂ ਦੇ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ, ਐ ਮੇਰੇ ਪਿਆਰੇ ਐਸਾ ਖੀਰ ਬਿਲੋਈਐ। ਇਹ ਜਿਹੜਾ ਸ਼ਬਦ ਦਾ ਸਿਧਾਂਤ ਹੈ, ਬਾਣੀ ਦਾ ਸਿਧਾਂਤ ਹੈ, ਗੁਰ ਮੰਤਰ ਦਾ ਅਭਿਆਸ ਹੈ, ਇਹ ਇੱਕ ਦੁੱਧ ਹੈ। ਐ ਮੇਰੇ ਪਿਆਰੇ, ਇਹ ਦੁੱਧ ਨੂੰ ਰਿੜਕਣਾ ਚਾਹੀਦਾ ਹੈ। ਭਾਵ ਸ਼ਬਦ ਦੇ ਸਿਧਾਂਤ ਦੀ, ਬਾਣੀ ਦੇ ਸਿਧਾਂਤ ਦੀ ਵਿਚਾਰ ਕਰਨੀ ਚਾਹੀਦੀ ਹੈ ਤੇ ਨਾਮ ਦਾ ਵੀ ਜਾਪ ਤੇ ਅਭਿਆਸ ਕਰਨਾ ਚਾਹੀਦਾ ਹੈ। ਗੁਰਮਤਿ ਮਨੁਆ ਆਸਰ ਰੱਖੋ ਤੇ ਇਹਦੇ ਨਾਲ ਹੀ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਤੁਸੀਂ ਆਪਣੇ ਮਨ ਨੂੰ ਅਚਲ ਕਰਕੇ, ਆਪਣੇ ਮਨ ਨੂੰ ਅਡੋਲ ਕਰਕੇ ਗੁਰੂ ਦੇ ਚਰਨਾਂ ਦੇ ਵਿੱਚ ਜੋੜੀ ਰੱਖਣਾ ਹੈ। ਇਨ ਬਿਧ ਅੰਮ੍ਰਿਤ ਪੀਓਈ ਹੈ। ਇਸ ਢੰਗ ਦੇ ਨਾਲ, ਇਸ ਤਰਕੀਬ ਦੇ ਨਾਲ ਅੰਮ੍ਰਿਤ ਆਤਮਕ ਆਨੰਦ ਨੂੰ ਪੀਤਾ ਜਾਂਦਾ ਹੈ। ਗੁਰ ਕੈ ਬਾਣ ਬਜਰ ਕਲ ਛੇਦੀ, ਪ੍ਰਗਟਿਆ ਪਦ ਪਰਗਾਸਾ। ਰਹਾਉ ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਹਨ, ਗੁਰ ਕੈ ਬਾਣ ਬੱਜਰ ਕਲ ਛੇਦੀ। ਤੁਹਾਨੂੰ ਮਹਾਰਾਜ ਇਹ ਜਿਹੜਾ ਆਤਮਕ ਗਿਆਨ ਦਾ ਪਦ ਹੈ, ਬ੍ਰਹਮ ਗਿਆਨ ਦਾ ਰੁਤਬਾ ਕਿਵੇਂ ਪ੍ਰਾਪਤ ਹੋਇਆ ਹੈ? ਭਗਤ ਜੀ ਕਹਿੰਦੇ ਨੇ, ਗੁਰ ਕੈ ਬਾਣ, ਆ ਜਿਹੜੇ ਗੁਰੂ ਦੇ ਬਾਣੀ ਦੇ ਤੀਰ ਨੇ, ਬੱਜਰ ਕਲ ਛੇਦੀ। ਇਹਦੇ ਨਾਲ ਕਲ ਦਾ ਅਰਥ ਹੈ ਅਵਿਦਿਆ। ਜਿਹੜੀ ਅਵਿਦਿਆ ਬੱਜਰ ਵਰਗੀ, ਫੌਲਾਦ ਵਰਗੀ ਬੜੀ ਹੀ ਕਠੋਰ ਸੀ, ਇਹਨੂੰ ਅਸੀਂ ਛੇਦ ਦਿੱਤਾ, ਇਹਨੂੰ ਅਸੀਂ ਕੱਟ ਦਿੱਤਾ, ਇਹਨੂੰ ਅਸੀਂ ਵਿੰਨ ਦਿੱਤਾ। ਜਿਵੇਂ ਤੀਰਾਂ ਦੇ ਨਾਲ ਕਿਸੇ ਲੋਹੇ ਦੀ ਚਾਦਰ ਨੂੰ ਵਿੰਨਿਆ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਦੀ ਬਾਣੀ ਰੂਪੀ ਤੀਰਾਂ ਦੇ ਨਾਲ ਅਸੀਂ ਇਸ ਅਵਿਦਿਆ ਦੀ, ਜਿਹੜੀ ਇੱਕ ਬੱਜਰ ਫੌਲਾਦੀ ਰੁਕਾਵਟ ਸੀ, ਇੱਕ ਫੌਲਾਦੀ ਲੋਹ ਸੀ, ਇਹਨੂੰ ਕੱਟ ਦਿੱਤਾ ਹੈ। ਪ੍ਰਗਟਿਆ ਪਦ ਪ੍ਰਗਾਸਾ। ਤੇ ਹੁਣ ਜਿਹੜਾ ਗਿਆਨ ਦਾ ਪਦ ਸੀ, ਬ੍ਰਹਮ ਗਿਆਨ ਦਾ ਮੁਰਾਤਬਾ ਸੀ, ਉਹ ਪ੍ਰਗਟ ਹੋ ਗਿਆ ਹੈ। ਭਾਵ ਜਿਹੜਾ ਮਨੁੱਖ ਗੁਰੂ ਦੀ ਬਾਣੀ ਦਾ ਅਭਿਆਸ ਕਰਦਾ ਹੈ, ਮੋਹ ਮਾਇਆ ਅਗਿਆਨ ਦੇ ਇਸ ਪਰਦੇ ਨੂੰ ਕੱਟ ਦਿੰਦਾ ਹੈ, ਫਿਰ ਉਹਨੂੰ ਆਤਮਕ ਗਿਆਨ ਦਾ, ਬ੍ਰਹਮ ਗਿਆਨ ਦਾ ਪਦ ਪ੍ਰਗਟ ਹੋ ਜਾਂਦਾ ਹੈ। ਸਕਤ ਅਧੇਰ ਜੇਵੜੀ ਭਰਮ ਚੂਕਾ, ਨੇਚਰ ਸਿਵ ਕਰ ਬਾਸਾ। ਲੋ ਭਗਤ ਜੀ ਫਰਮਾਉਂਦੇ ਨੇ, ਸ਼ਕਤ ਅਧੇਰ, ਸ਼ਕਤੀ ਦਾ ਅਰਥ ਹੈ ਮਾਇਆ। ਇਸ ਮਾਇਆ ਦੇ ਹਨੇਰੇ ਕਾਰਨ ਜੀਵੜੀ ਭਰਮ ਚੂਕਾ, ਰੱਸੀ ਨੂੰ ਵੇਖ ਕੇ ਉਹਦੇ ਵਿੱਚ ਜਿਹੜਾ ਸੱਪ ਦਾ ਭੁਲੇਖਾ ਪੈਂਦਾ ਸੀ, ਉਹ ਭਰਮ ਹੁਣ ਸਾਡਾ ਨਿਵਰਤ ਹੋ ਗਿਆ। ਜਦੋਂ ਕੁਛ ਹਨੇਰਾ ਹੋਵੇ, ਉਸ ਹਨੇਰੇ ਦੇ ਵਿੱਚ ਕੋਈ ਰੱਸੀ ਪਈ ਹੋਵੇ, ਉਹਨੂੰ ਵੇਖ ਕੇ ਆਦਮੀ ਡਰ ਜਾਂਦਾ ਹੈ ਵੀ ਸ਼ਾਇਦ ਇਹ ਸੱਪ ਪਿਆ ਹੈ। ਭਗਤ ਜੀ ਕਹਿੰਦੇ ਨੇ, ਇਸੇ ਤਰ੍ਹਾਂ ਮਾਇਆ ਦੇ ਹਨੇਰੇ ਕਰਕੇ ਵੀ ਇਹ ਸੰਸਾਰ ਹੈ ਤੇ ਪਰਮੇਸ਼ਰ ਦਾ ਹੀ ਬਣਾਇਆ ਹੋਇਆ, ਪਰ ਅਸੀਂ ਇਹਨੂੰ ਵੇਖ ਕੇ ਸੱਪ ਵਾਂਗੂ ਡਰਾਉਣਾ ਸਮਝਣ ਲੱਗ ਪਏ। ਪਰ ਹੁਣ ਜਦੋਂ ਗੁਰੂ ਦੀ ਬਖਸ਼ਿਸ਼ ਹੋਈ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਹੁਣ ਜੋ ਮਾਇਆ ਰੂਪੀ ਸ਼ਕਤੀ ਦੇ ਹਨੇਰੇ ਦੇ ਕਾਰਨ ਰੱਸੀ ਵਿੱਚ ਸੱਪ ਦਾ ਭਰਮ ਪੈ ਰਿਹਾ ਸੀ, ਉਹ ਹੁਣ ਨਿਵਰਤ ਹੋ ਗਿਆ। ਨਿਹਚਲ ਸਿਵ ਕਰ ਬਾਸਾ। ਹੁਣ ਜੋ ਹਮੇਸ਼ਾ ਅਚਲ ਸ਼ਿਵ ਕਲਿਆਣ ਸਰੂਪ ਵਾਹਿਗੁਰੂ ਦਾ ਘਰ ਹੈ, ਤੁਰੀਆ ਪਦ, ਆਤਮਕ ਪਦ, ਤੇ ਜਿਸ ਨੂੰ ਸੱਚਖੰਡ ਵੀ ਆਖਿਆ ਹੈ, ਹੁਣ ਉਹਦੇ ਵਿੱਚ ਸਾਡਾ ਵਾਸਾ ਹੋ ਗਿਆ। ਤਿਨ ਬਿਨ ਬਾਣੈ ਧਨਕ ਚੜਾਈਐ, ਇਹੋ ਜਗ ਬੇਦਿਆ ਭਾਈ। ਲੋ ਹੁਣ ਅੱਗੇ ਭਗਤ ਕਬੀਰ ਜੀ ਫਰਮਾਉਂਦੇ ਨੇ, ਕਹਿੰਦੇ ਇਹ ਜਿਹੜੀ ਮਾਇਆ ਹੈ ਨਾ, ਇਹ ਵੀ ਵਾਹਿਗੁਰੂ ਦੀ ਸ਼ਕਤੀ ਹੈ। ਤਿੰਨ ਬਿਨ ਬਾਣੈ ਧਨਕ ਚੜਾਈਐ, ਉਸ ਮਾਇਆ ਨੇ ਬਿਨਾਂ ਹੀ ਬਾਣ ਤੀਰਾਂ ਤੋਂ ਧਨਕ ਚੜਾਇਆ ਹੈ। ਭਾਵ ਮਾਇਆ ਦੇ ਕੋਲੇ ਧਨਕ ਤਾਂ ਹੈ, ਪਰ ਬਿਨਾਂ ਹੀ ਧਨਕ ਤੋਂ ਉਹਨੇ ਤੀਰ ਚੜਾ ਦਿੱਤਾ।
ਇਹੋ ਜਗ ਬੇਦਿਆ ਭਾਈ ਹੈ ਭਾਈ। ਉਸਨੇ ਇਸ ਤਰ੍ਹਾਂ ਸਾਰੇ ਸੰਸਾਰ ਨੂੰ ਵਹਿਣ ਦਿੱਤਾ ਹੈ। ਇਹਦਾ ਮਤਲਬ ਇਹ ਹੈ ਵੀ ਮਾਇਆ ਇੱਕ ਐਸੀ ਸ਼ਕਤੀ ਹੈ ਵੀ ਜਿਸਨੇ ਬਿਨਾਂ ਤੀਰਾਂ ਤੋਂ ਤਨਖ ਚੜਾਇਆ, ਭਾਵ ਆਪਣੀਆਂ ਭਵਾਂ ਨੂੰ ਚੜਾ ਕੇ ਉਹਨੇ ਸਾਰੇ ਸੰਸਾਰ ਨੂੰ ਵਿੰਨ ਛੱਡਿਆ ਹੈ। ਭਾਵ ਚੇਤਨ ਮਾਇਆ ਨੇ ਆਪਣੇ ਕਟਾਕਸ਼ਾਂ ਦੇ ਤੀਰ ਮਾਰ ਕੇ ਸਾਰੇ ਸੰਸਾਰ ਨੂੰ ਵਿੰਨ ਦਿੱਤਾ ਹੈ। ਦਹਿ ਬੂਢੀ ਪਵਨ ਚੁਲਾਵੈ ਡੋਰ ਰਹੀ ਲਿਵ ਲਾਈ। ਫਿਰ ਮਹਾਰਾਜ ਇਸ ਮਾਇਆ ਦੇ ਪ੍ਰਭਾਵ ਤੋਂ ਕੋਈ ਬਚਿਆ ਵੀ ਹੈ ਤਾਂ ਭਗਤ ਕਬੀਰ ਜੀ ਕਹਿੰਦੇ ਹਾਂ, ਦਹਿ ਦਿਸ ਬੁੱਢੀ ਪਵਨ ਚੁਲਾਵੈ। ਬੁੱਢੀ ਦਾ ਅਰਥ ਇੱਥੇ ਗੁੱਡੀ ਹੈ। ਜਿਵੇਂ ਕੋਈ ਨੌਜਵਾਨ ਗੁੱਡੀ ਚੜਾਉਂਦਾ ਹੈ, ਦਹਿ ਦਿਸ ਬੁੱਢੀ ਪਵਨ ਚੁਲਾਵੈ, ਤੇ ਜਿਹੜੀ ਹਵਾ ਹੈ ਉਸ ਗੁੱਡੀ ਨੂੰ ਦਸੋ ਦਿਸ਼ਾ ਦੇ ਵਿੱਚ ਚਲਾਉਂਦੀ ਹੈ। ਗੁੱਡੀ ਕਹਿੰਦੇ ਨੇ ਪਤੰਗ ਨੂੰ। ਜਿਵੇਂ ਕਈ ਵਾਰੀ ਬੱਚੇ ਪਤੰਗ ਉਡਾਉਂਦੇ ਨੇ ਤੇ ਫਿਰ ਉਹ ਚਾਰ ਛਪੇਰੇ ਹਵਾ ਦੇ ਨਾਲ ਉਹ ਪਤੰਗ ਇੱਧਰ ਉੱਧਰ ਦੌੜਦਾ ਹੈ। ਇਸੇ ਤਰ੍ਹਾਂ ਡੋਰ ਰਹੀ ਲਿਵਲਾਈ ਭਗਤ ਜੀ ਕਹਿੰਦੇ ਨੇ ਜਿਹੜਾ ਪਤੰਗ ਨੂੰ ਚੜਾਉਣ ਵਾਲਾ ਹੈ ਉਹਦੀ ਲਿਵ ਉਸ ਪਤੰਗ ਦੀ ਡੋਰ ਦੇ ਵਿੱਚ ਲੱਗੀ ਹੋਈ ਹੁੰਦੀ ਹੈ। ਜੇ ਪਤੰਗ ਚੜਾਉਣ ਵਾਲੇ ਦਾ ਡੋਰ ਵੱਲ ਖਿਆਲ ਨਾ ਹੋਵੇ ਤੇ ਉਹ ਪਤੰਗ ਹੇਠਾਂ ਵੀ ਡਿੱਗ ਸਕਦੀ ਹੈ। ਜਦੋਂ ਉਸ ਨੂੰ ਪਤਾ ਲੱਗਦਾ ਵੀ ਹੁਣ ਇਹ ਪਤੰਗ ਹੇਠਾਂ ਨੂੰ ਡਿੱਗ ਰਿਹਾ ਹੈ, ਉਹ ਤੁਣਕਾ ਮਾਰ ਕੇ ਫਿਰ ਉੱਪਰ ਨੂੰ ਚੜਾਉਂਦਾ ਹੈ। ਭਗਤ ਜੀ ਇੱਥੇ ਦ੍ਰਿਸ਼ਟਾਂਤ ਦਿੰਦੇ ਹਨ, ਦਹਿ ਦਿਸ ਬੁੱਢੀ ਪਵਨ ਚੁਲਾਵੈ। ਇਸੇ ਤਰ੍ਹਾਂ ਜਿਹੜੀ ਮਨੁੱਖ ਦੀ ਸੁਰਤ ਹੈ ਉਹ ਗੁੱਡੀ ਵਾਂਗ ਹੈ, ਤੇ ਜਿਹੜੀ ਵਾਸ਼ਨਾ ਹੈ, ਮਾਇਆ ਦੀ ਵਾਸ਼ਨਾ ਹੈ, ਇਹ ਉਸ ਨੂੰ ਦਸੋ ਦਿਸ਼ਾ ਦੇ ਵਿੱਚ ਚੁਲਾ ਰਹੀ ਹੈ। ਇਸ ਮਨੁੱਖ ਦੀ ਸੁਰਤ ਉਸ ਮਾਇਆ ਦੀ ਇੱਛਾ ਕਰਕੇ ਦਸੋ ਦਿਸ਼ਾ ਦੇ ਵਿੱਚ ਭਟਕ ਰਹੀ ਹੈ। ਡੋਰ ਰਹੀ ਲਿਵਲਾਈ, ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਦੀ ਲਿਵ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜ ਜਾਂਦੀ ਹੈ। ਇਸ ਲਈ ਉਹਨਾਂ ਤੇ ਫਿਰ ਮਾਇਆ ਦਾ ਕੋਈ ਅਸਰ ਨਹੀਂ ਹੁੰਦਾ। ਗੁਰਮੁਖਾਂ ਦੀ ਸੁਰਤ ਸਾਰੇ ਪਾਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਅਨੁਭਵ ਕਰਦੀ ਹੈ, ਇਸ ਲਈ ਉਹਨਾਂ ਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ ਪੈ ਸਕਦਾ। ਜਿਹੜੇ ਸੰਸਾਰੀ ਪੁਰਖ ਨੇ ਉਹਨਾਂ ਦੀ ਸੁਰਤ ਰੂਪ ਗੁੱਡੀ ਨੂੰ ਇਹ ਮਾਇਆ ਦੀ ਪੌਣ ਚਲਾਉਂਦੀ ਹੈ। ਉਹ ਤੇ ਮਾਇਆ ਦੀ ਵਾਸ਼ਨਾ ਦੇ ਨਾਲ ਹੀ ਇੱਧਰ ਉੱਧਰ ਡੋਲਦੇ ਫਿਰਦੇ ਨੇ, ਪਰ ਗੁਰਮੁਖਾਂ ਦੀ ਸੁਰਤ ਰੂਪ ਗੁੱਡੀ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਚਿਦਾਕਾਸ਼ ਦੇ ਵਿੱਚ ਲੈ ਜਾਂਦਾ ਹੈ, ਤੇ ਫਿਰ ਉਹਨਾਂ ਦੀ ਲਿਵ ਦੀ ਡੋਰ ਹਮੇਸ਼ਾ ਲਈ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹੀ ਜੁੜੀ ਰਹਿੰਦੀ ਹੈ। ਉਨ ਮਨ ਮਨੁਆ ਸੁਨ ਸਮਾਨਾ ਦੁਬਦਾ ਦੁਰਮਤ ਭਾਗੀ। ਲੋ ਭਗਤ ਜੀ ਫਰਮਾਉਂਦੇ ਨੇ ਵੀ ਜਿਹੜਾ ਮਨ ਸੀ ਉਨਮਨ ਮਨੁਆ, ਇਹ ਉਨਮਨ ਅਵਸਥਾ ਨੂੰ ਪ੍ਰਾਪਤ ਕਰਕੇ, ਉਨਮਨ ਅਵਸਥਾ ਹੈ ਤੁਰੀਆ ਅਵਸਥਾ, ਇਹ ਜਿਹੜਾ ਮਨ ਸੀ ਉਨਮਨ ਦਾ ਅਰਥ ਕਈ ਵਿਦਵਾਨਾਂ ਨੇ ਕੀਤਾ ਹੈ ਵੀ ਜਿਹੜਾ ਮਨ ਹੈ ਇਹ ਆਪਣੇ ਸੰਕਲਪਾਂ ਵਿਕਲਪਾਂ ਨੂੰ ਛੱਡ ਕੇ ਸੁਨ ਸਮਾਨਾ ਹੁਣ ਅਫੁਰ ਅਵਸਥਾ ਵਿੱਚ ਲੀਨ ਹੋ ਗਿਆ। ਇਹ ਜਿਹੜਾ ਮਨ ਸੀ ਆਪਣੇ ਪੁਰਾਣੇ ਸੁਭਾਅ ਨੂੰ ਛੱਡ ਕੇ, ਜਾਂ ਉਨਮਨ ਦਾ ਅਰਥ ਹੈ ਵੀ ਉਲਟ ਕੇ, ਇਹ ਜਿਹੜਾ ਮਨ ਸੀ ਸੰਸਾਰ ਵੱਲੋਂ ਉਲਟ ਕੇ ਤੇ ਉਸ ਅਫੁਰ ਸਰੂਪ ਵਾਹਿਗੁਰੂ ਵਿੱਚ ਲੀਨ ਹੋ ਗਿਆ। ਦੁਬਦਾ ਦੁਰਮਤ ਭਾਗੀ, ਤੇ ਜਿਸ ਦਾ ਸਦਕਾ ਹੁਣ ਦੁਬਦਾ ਭਾਵ ਤੇ ਖੋਟੀ ਮਤ ਭਾਗੀ ਭੱਜ ਗਈ, ਨਾਸ ਹੋ ਗਈ ਹੈ। ਕਹੋ ਕਬੀਰ ਅਨਭਉ ਇਕ ਦੇਖਿਆ RAM ਨਾਮ ਲਿਵ ਲਾਗੀ। ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਕਹੋ ਕਬੀਰ ਅਨਭਉ ਇਕ ਦੇਖਿਆ। ਅਸੀਂ ਇੱਕ ਐਸਾ ਅਨੁਭਵ ਦੇਖਿਆ ਹੈ, ਜਿਵੇਂ ਆਮ ਤੌਰ ਤੇ ਕਿਸੇ ਆਦਮੀ ਨੂੰ ਕੋਈ ਭਜਨ ਬੰਦਗੀ ਕਰਦਿਆਂ ਹੋਇਆਂ ਕੋਈ ਨਾ ਕੋਈ ਜਦੋਂ ਨਵਾਂ ਦ੍ਰਿਸ਼ ਨਵਾਂ ਤਜਰਬਾ ਹਾਸਲ ਹੁੰਦਾ ਹੈ, ਉਹ ਕਹਿੰਦਾ ਵੀ ਮੈਨੂੰ ਇੱਕ ਅਨੁਭਵ ਹੋਇਆ, ਉਸ ਨੂੰ ਅਨੁਭਵ ਕਹਿੰਦੇ ਨੇ। ਕੋਈ ਦੈਵੀ ਜਿਹੜਾ ਕੋਈ ਜਲਵਾ, ਕੋਈ ਦੈਵੀ ਕ੍ਰਿਸ਼ਮਾ ਨਜ਼ਰ ਆਉਣਾ। ਭਗਤ ਕਬੀਰ ਜੀ ਕਹਿੰਦੇ ਨੇ, ਕਹੋ ਕਬੀਰ ਅਨੁਭਵ ਇੱਕ ਦੇਖਿਆ। ਅਸੀਂ ਵੀ ਇੱਕ ਐਸਾ ਅਨੁਭਵ ਦੇਖਿਆ ਹੈ, ਭਾਵ ਸਿਮਰਨ ਬੰਦਗੀ ਕਰਦਿਆਂ ਹੋਇਆਂ ਸਾਨੂੰ ਇੱਕ ਬੜਾ ਹੀ ਅਚਰਜ ਇਹ ਨਜ਼ਾਰਾ ਦਿਸਿਆ ਹੈ। ਜਿਵੇਂ ਕਿ ਪਿੱਛੇ ਅਸੀਂ ਦੱਸਿਆ ਹੈ, ਉਨਮਨ ਮਨੁਆ ਸੁਨ ਸਮਾਨਾ, ਸਾਡਾ ਮਨ ਉਲਟ ਕੇ ਅਫੁਰ ਅਵਸਥਾ ਵਿੱਚ ਲੀਨ ਹੋ ਗਿਆ। RAM ਨਾਮ ਲਿਵ ਲਾਗੀ, ਹੁਣ ਸਾਡੀ ਲਿਵ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਲੱਗੀ ਰਹਿੰਦੀ ਹੈ।
ਕਹੋ ਕਬੀਰ ਅਨ ਪਉ ਇਕ ਦੇਖਿਆ RAM ਨਾਮ ਲਿਵ ਲਾਗੀ। ਅਥਵਾ ਅਨਵੇਂ ਕਰਕੇ ਵੀ ਅਰਥ ਲੱਗਦਾ ਹੈ, ਜਿਸ ਮਨੁੱਖ ਦੀ ਲਿਵ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਜਾਂਦੀ ਹੈ। ਅਠੇ ਪਹਿਰ ਇਕ ਤੈ ਲਿਵੈ ਮੰਨੇਨ ਹੁਕਮਾ ਪਾਰ। ਕਹੋ ਕਬੀਰ ਅਨ ਪਉ ਇਕ ਦੇਖਿਆ। ਤੇ ਫਿਰ ਉਸਨੇ ਅਨ ਪਉ ਦਾ ਅਰਥ ਹੈ ਅਨਭਵ ਸਰੂਪ, ਜੋ ਅਕਾਲ ਪੁਰਖ ਹੈ ਤੇ ਇੱਕ ਅਦਵੈਤ ਸਰੂਪ ਹੈ, ਉਹਨੂੰ ਉਸਨੇ ਦੇਖ ਲਿਆ। ਗੌੜੀ ਬੈਰਾਗਣ ਤੇ ਪਦੇ ਉਲਟਤ ਪਵਨ ਚੱਕਰ ਖਟ ਭੇਦੇ ਸੁਰਤ ਸੁਨ ਅਨਰਾਗੀ। ਲੋ ਹੁਣ ਭਗਤ ਕਬੀਰ ਜੀ ਦੇ ਪਾਸ ਕੋਈ ਯੋਗੀ ਆਇਆ ਹੈ। ਉਸਨੇ ਆ ਕੇ ਭਗਤ ਕਬੀਰ ਜੀ ਨੂੰ ਆਖਿਆ ਕਿ ਭਗਤ ਜੀ ਤੁਸੀਂ ਵੀ ਯੋਗ ਸਾਧਨ ਕਰਿਆ ਕਰੋ, ਕਿਉਂਕਿ ਯੋਗ ਸਾਧਨ ਕਰਨ ਦੇ ਨਾਲ ਇਹ ਜਿਹੜੇ ਸਾਡੇ ਸੁਆਸ ਨੇ ਇਹ ਉਲਟ ਕੇ 10ਵੇਂ ਦੁਆਰ ਦੇ ਵਿੱਚ ਚਲੇ ਜਾਂਦੇ ਨੇ। ਜਦੋਂ ਸੁਆਸ 10ਵੇਂ ਦੁਆਰ ਦੇ ਵਿੱਚ ਚਲੇ ਜਾਣ ਫਿਰ ਬਹੁਤ ਸਾਰੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਨੇ। ਹੁਣ ਭਗਤ ਕਬੀਰ ਜੀ ਵਾਹਿਗੁਰੂ ਦੇ ਨਾਮ ਦੇ ਪ੍ਰੇਮੀ ਸਨ ਤੇ ਉਹਨਾਂ ਨੇ ਉਸ ਹਠ ਯੋਗੀ ਨੂੰ ਇਸ ਸ਼ਬਦ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ, ਗੌੜੀ ਬੈਰਾਗਣ ਤੇ ਪਦੇ। ਗੌੜੀ ਰਾਗ ਦੀ ਬੈਰਾਗਣ ਜਾਤੀ ਹੈ ਤੇ ਪਦੇ 3 ਪਦਿਆਂ ਵਾਲੇ ਇਹ ਸ਼ਬਦ ਨੇ। ਹੇਠਾਂ ਇੱਕ ਬਰੀਕ ਜਿਹਾ ਅੰਕ ਲਿਖਿਆ ਹੋਇਆ ਹੈ, ਉਹਦਾ ਮਤਲਬ ਵੀ ਅੱਗੇ ਉਹ 3 ਸ਼ਬਦ ਗੌੜੀ ਬੈਰਾਗਣ ਦੇ ਆ ਰਹੇ ਹਨ। ਉਲਟਤ ਪਵਨ ਚੱਕਰ ਖਟ ਭੇਦੇ ਸੁਰਤ ਸੁਨ ਅਨਰਾਗੀ। ਭਗਤ ਜੀ ਕਹਿੰਦੇ ਨੇ, ਵੇਖ ਉਲਟਤ ਪਵਨ, ਤੂੰ ਆਪਣੀ ਸਵਾਸਾਂ ਰੂਪੀ ਪੌਣ ਨੂੰ ਉਲਟਾ ਕੇ ਚੱਕਰ ਖਟ ਭੇਦੇ, ਜਿਹੜੇ 6 ਚੱਕਰ ਨੇ ਉਹ ਤੂੰ ਵੰਨ ਦਿੱਤੇ ਨੇ। ਜਿਹੜੇ ਯੋਗੀ ਨੇ ਜਦੋਂ ਉਹ ਪ੍ਰਾਣਾਯਾਮ ਕਰਦੇ ਹਨ ਤੇ ਉਹ 6 ਚੱਕਰਾਂ ਦੇ ਵਿੱਚੋਂ ਦੀ ਆਪਣੀ ਸੁਰਤ ਨੂੰ 10ਵੇਂ ਦੁਆਰ ਦੇ ਵਿੱਚ ਲੈ ਜਾਂਦੇ ਨੇ। ਉਹ ਜਿਹੜੇ 6 ਚੱਕਰ ਨੇ, ਪਹਿਲਾ ਚੱਕਰ ਮੂਲਾਧਾਰ ਹੈ, ਉਹ ਗੁਦਾ ਸਥਾਨ ਦੇ ਵਿੱਚ ਮੰਨਿਆ ਹੋਇਆ ਹੈ। ਦੂਸਰਾ ਸਵੈਧਾਰਾਸ਼ਟਾਨ ਚੱਕਰ ਹੈ, ਉਹ ਕਾਮ ਅੰਕਸ ਦੇ ਨੇੜੇ ਮੰਨਿਆ ਗਿਆ ਹੈ। ਅਤੇ ਤੀਜਾ ਮਣੀ ਚੱਕਰ ਹੈ, ਉਹ ਨਾਭੀ ਦੇ ਕੋਲ ਮੰਨਿਆ ਗਿਆ ਹੈ। ਤੇ ਚੌਥਾ ਜਿਹੜਾ ਉਹ ਅਨਾਹਤ ਚੱਕਰ ਹੈ, ਜਿਹੜਾ ਸਾਡੇ ਹਿਰਦੇ ਵਿੱਚ ਮੰਨਿਆ ਗਿਆ ਹੈ। ਅਤੇ ਪੰਜਵਾਂ ਵਿਸੁੱਧ ਚੱਕਰ ਹੈ, ਜਿਹੜਾ ਕੰਠ ਦੇ ਵਿੱਚ ਮੰਨਿਆ ਹੈ। ਤੇ 6ਵਾਂ ਆਗਿਆ ਚੱਕਰ ਹੈ, ਜਿਹੜਾ 10ਵੇਂ ਦੁਆਰ ਦੇ ਵਿੱਚ ਮੰਨਿਆ ਗਿਆ ਹੈ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਵੇਖ ਤੂੰ ਆਪਣੇ ਪ੍ਰਾਣ ਰੂਪੀ ਪਵਨ ਨੂੰ ਉਲਟਾ ਕੇ 6 ਚੱਕਰ ਤਾਂ ਵਿੰਨ ਲਏ ਨੇ। ਸੁਰਤ ਸੁਨ ਅਨਰਾਗੀ, ਤੇ ਤੇਰੀ ਸੁਰਤ ਹੁਣ ਸੁਣ ਦਾ ਅਰਥ ਹੈ ਜੋ ਯੋਗੀਆਂ ਨੂੰ 10ਵੇਂ ਦੁਆਰ ਦੀ ਪ੍ਰਾਪਤੀ ਹੁੰਦੀ ਉਹਨੂੰ ਉਹ ਸੁਨ ਕਹਿੰਦੇ ਨੇ। ਤੇਰੀ ਸੁਰਤ ਹੁਣ ਸੁਨ 10ਵੇਂ ਦੁਆਰ ਦੀ ਅਨਰਾਗੀ ਪ੍ਰੀਤਵਾਨ ਹੋ ਗਈ ਹੈ। ਪਰ ਯੋਗ ਸਾਧਨ ਕਰਕੇ ਠੀਕ ਹੈ, ਤੂੰ 6 ਚੱਕਰ ਵਿੰਨ ਲਏ ਨੇ, 10ਵੇਂ ਦੁਆਰ ਦੀ ਵੀ ਸਿੱਧੀ ਕਰ ਲਈ ਹੈ, ਪਰ ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਤਾਂ ਨਹੀਂ ਨਾ ਹੋ ਸਕੀ। ਯੋਗ ਸਾਧਨ ਕਰਕੇ ਤੈਨੂੰ ਪਰਮੇਸ਼ਰ ਤੇ ਨਹੀਂ ਮਿਲ ਸਕਿਆ। ਤੂੰ ਰਿੱਧੀਆਂ ਸਿੱਧੀਆਂ ਵੀ ਪ੍ਰਾਪਤ ਕਰ ਲਈਆਂ, 10ਵਾਂ ਦੁਆਰ ਵੀ ਹਾਸਲ ਕਰ ਲਿਆ, ਪਰ ਹਾਲੇ ਵਾਹਿਗੁਰੂ ਦੀ ਖੋਜ ਤਾਂ ਬਾਕੀ ਹੈ, ਉਹ ਵੀ ਤੈਨੂੰ ਕਰਨੀ ਚਾਹੀਦੀ ਹੈ। ਆਵੈ ਨਾ ਜਾਏ ਮਰੈ ਨਾ ਜੀਵੈ ਤਾਸ ਖੋਜ ਬੈਰਾਗੀ। ਤੇ ਫਿਰ ਮਹਾਰਾਜ ਮੈਨੂੰ ਦੱਸੋ ਵੀ ਉਹ ਵਾਹਿਗੁਰੂ ਪਰਮੇਸ਼ਰ ਕਿਹੋ ਜਿਹਾ ਹੈ। ਭਗਤ ਜੀ ਕਹਿੰਦੇ ਆਵੈ ਨਾ ਜਾਏ, ਉਹ ਨਾ ਕਦੀ ਆਉਂਦਾ ਹੈ ਨਾ ਕਦੀ ਜਾਂਦਾ ਹੈ, ਨਾ ਕਦੀ ਮਰਦਾ ਹੈ ਨਾ ਕਦੀ ਉਹ ਜੀਵੈ ਦਾ ਅਰਥ ਜੰਮਦਾ ਹੀ ਹੈ। ਕਿਉਂਕਿ ਮਨੁੱਖ ਦਾ ਸਰੀਰ ਜੰਮਦਾ ਮਰਦਾ ਹੈ ਤੇ ਜਿਹੜੀ ਇਹਦੇ ਵਿੱਚ ਰੂਹ ਹੈ, ਜੀਵ ਆਤਮਾ ਹੈ, ਉਹ ਬਾਰ-ਬਾਰ ਜੂਨਾਂ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ। ਇਸ ਲਈ ਉਹ ਵਾਹਿਗੁਰੂ ਨਾ ਤੇ ਜੀਵ ਆਤਮਾ ਵਾਂਗੂ ਆਉਂਦਾ ਜਾਂਦਾ ਹੈ, ਨਾ ਹੀ ਸਰੀਰ ਵਾਂਗੂ ਜੰਮਦਾ ਮਰਦਾ ਹੈ। ਤਾਸ ਖੋਜ ਬੈਰਾਗੀ, ਭਗਤ ਜੀ ਕਹਿੰਦੇ ਐ ਵੈਰਾਗਵਾਨ ਯੋਗੀ, ਤੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਖੋਜ ਕਰ, ਉਸ ਅਕਾਲ ਪੁਰਖ ਵਾਹਿਗੁਰੂ ਦੀ ਤਲਾਸ਼ ਕਰ। ਮੇਰੇ ਮਨ ਹੀ ਉਲਟ ਸਮਾਨਾ। ਭਗਤ ਕਬੀਰ ਜੀ ਫਰਮਾਉਂਦੇ ਨੇ ਉਸ ਯੋਗੀ ਨੂੰ ਕਿ ਐ ਮੇਰੇ ਮਨ, ਐ ਮੇਰੇ ਪਿਆਰੇ ਯੋਗੀ, ਮਨ ਹੀ ਉਲਟ ਸਮਾਨਾ। ਤੂੰ ਤੇ ਆਪਣੇ ਸਵਾਸਾਂ ਨੂੰ ਉਲਟਾ ਕੇ 10ਵੇਂ ਦੁਆਰ ਦੇ ਵਿੱਚ ਪਹੁੰਚਦਾ ਹੈ।
ਪਰ ਅਸੀਂ ਆਪਣੇ ਮਨ ਨੂੰ ਹੀ ਉਲਟਾ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਕਰ ਦਿੱਤਾ। ਮੇਰੇ ਮਨ ਹੀ ਉਲਟ ਸਮਾਨਾ। ਤੂੰ ਤੇ ਸਵਾਸਾਂ ਨੂੰ ਉਲਟਾ ਕੇ ਦਸਵੇਂ ਦੁਆਰ ਦੀ ਪ੍ਰਾਪਤੀ ਕੀਤੀ ਹੈ, ਪਰ ਅਸੀਂ ਆਪਣੇ ਮਨ ਨੂੰ ਹੀ ਉਲਟਾ ਕੇ, ਭਾਵ ਆਪਣੇ ਮਨ ਨੂੰ ਸੰਸਾਰ ਵੱਲੋਂ ਰੋਕ ਕੇ ਤੇ ਵਾਹਿਗੁਰੂ ਦੇ ਵਿੱਚ ਲੀਨ ਕਰ ਦਿੱਤਾ ਹੈ। ਗੁਰ ਪ੍ਰਸਾਦ ਅਕਲ ਭਈ ਅਵਰੈ, ਨਾਤਰ ਥਾ ਬੇਗਾਨਾ ਰਹਾਉ। ਲੋ ਭਗਤ ਜੀ ਕਹਿੰਦੇ ਨੇ ਵੀ ਗੁਰੂ ਦੀ ਕਿਰਪਾ ਦੇ ਨਾਲ ਹੁਣ ਮੇਰੀ ਅਕਲ ਵੀ ਹੋਰ ਹੀ ਹੋ ਗਈ ਹੈ। ਇਹਦਾ ਮਤਲਬ ਇਹ ਸੀ, ਪਹਿਲਾਂ ਤੇ ਮੇਰੀ ਸੰਸਾਰਾਕਾਰ ਬੁੱਧੀ ਸੀ, ਵਿਸ਼ਿਆਕਾਰ ਮੇਰੀ ਬੁੱਧੀ ਸੀ, ਪਰ ਹੁਣ ਮੇਰੀ ਬੁੱਧੀ ਆਤਮਾਕਾਰ ਹੋ ਗਈ ਹੈ। ਹੁਣ ਮੇਰੀ ਅਕਲ ਬ੍ਰਹਮਾਕਾਰ ਹੋ ਗਈ ਹੈ। ਗੁਰੂ ਦੀ ਕਿਰਪਾ ਨਾਲ ਹੁਣ ਹੋਰ ਹੀ ਮੇਰੀ ਅਕਲ ਹੋ ਗਈ ਹੈ। ਨਾ ਤਰ ਥਾ ਬੇਗਾਨਾ, ਜਿੰਨਾ ਚਿਰ ਤੱਕ ਗੁਰੂ ਦੀ ਮਿਹਰ ਨਹੀਂ ਸੀ ਹੋਈ ਉਨਾ ਚਿਰ ਤੱਕ ਤੇ ਮੈਂ ਬੇਗਾਨਾ ਜਿਹਾ ਤੁਰਿਆ ਫਿਰਦਾ ਸੀ, ਓਪਰਾ ਜਿਹਾ ਹੀ ਆਪਣੇ ਆਪ ਨੂੰ ਸਮਝਦਾ ਸੀ। ਪਰ ਜਦੋਂ ਗੁਰੂ ਦੀ ਕਿਰਪਾ ਹੋ ਗਈ ਤੇ ਮਨ ਵਾਹਿਗੁਰੂ ਦੇ ਵਿੱਚ ਲੀਨ ਹੋ ਗਿਆ ਤੇ ਹੁਣ ਮੈਂ ਵਾਹਿਗੁਰੂ ਨੂੰ ਆਪਣਾ ਬਣਾ ਲਿਆ ਤੇ ਵਾਹਿਗੁਰੂ ਪਰਮੇਸ਼ਰ ਮੇਰਾ ਪਿਤਾ ਬਣ ਗਿਆ ਹੈ। ਨਿਵਰੈ ਦੂਰ ਦੂਰ ਗੁਣ ਨਿਵਰੈ, ਜਿਨ ਜੈਸਾ ਕਰ ਮੰਨਿਆ। ਰਹਾਉ ਵਿਸਰਾਮ ਦੇ ਕੇ ਭਗਤ ਕਬੀਰ ਜੀ ਹੁਣ ਅੱਗੇ ਫਰਮਾਉਂਦੇ ਹਨ, ਜਦੋਂ ਗੁਰੂ ਦੀ ਮਿਹਰ ਹੋਈ ਹੋਰ ਕੀ ਤੁਹਾਨੂੰ ਪ੍ਰਾਪਤ ਹੋਇਆ, ਤਾਂ ਭਗਤ ਜੀ ਕਹਿੰਦੇ ਨੇ ਨਿਵਰੈ ਦੂਰ। ਪਹਿਲਾਂ ਅਸੀਂ ਸੰਸਾਰ ਨੂੰ ਨੇੜੇ ਸਮਝਦੇ ਸੀ, ਹੁਣ ਇਹ ਸੰਸਾਰ ਦੂਰ ਹੋ ਗਿਆ। ਇਹਦਾ ਮਤਲਬ ਇਹ ਹੈ, ਪਹਿਲਾਂ ਮਨੁੱਖ ਸੰਸਾਰ ਨੂੰ ਹੀ ਆਪਣੇ ਨੇੜੇ ਵੇਖਦਾ ਹੈ। ਸੰਸਾਰ ਦੇ ਵਿੱਚ ਮਾਤਾ ਪਿਤਾ ਭੈਣ ਭਰਾ ਰਿਸ਼ਤੇਦਾਰ ਸਾਕ ਸੰਬੰਧੀ ਤੇ ਇਹਨਾਂ ਨੂੰ ਅਸੀਂ ਆਪਣੇ ਨੇੜੇ ਵੇਖਦੇ ਹਾਂ। ਭਗਤ ਜੀ ਕਹਿੰਦੇ ਨੇ ਨਿਵਰੈ ਦੂਰ, ਇਹ ਸੰਸਾਰ ਨੂੰ ਅਸੀਂ ਨੇੜੇ ਸਮਝਿਆ ਸੀ, ਇਹ ਹੁਣ ਦੂਰ ਹੋ ਗਿਆ, ਇਹਦੇ ਨਾਲੋਂ ਮੋਹ ਟੁੱਟ ਗਿਆ ਹੈ। ਦੂਰ ਫੁਨ ਨਿਵਰੈ, ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅਸੀਂ ਦੂਰ ਸਮਝਦੇ ਸੀ, ਹੁਣ ਅਸੀਂ ਰੱਬ ਨੂੰ ਦੂਰ ਹੀ ਸਮਝਦੇ ਹਾਂ ਨਾ। ਤੇ ਉਹ ਹੁਣ ਨਿਵਰੈ ਦਾ ਅਰਥ ਨੇੜੇ ਸਾਨੂੰ ਦਿਸਣ ਲੱਗ ਪਿਆ। ਜਿਸ ਵਾਹਿਗੁਰੂ ਨੂੰ ਅਸੀਂ ਦੂਰ ਸਮਝਦੇ ਸੀ ਉਹ ਨੇੜੇ ਦਿਸਣ ਲੱਗ ਪਿਆ, ਤੇ ਜਿਸ ਸੰਸਾਰ ਨੂੰ ਅਸੀਂ ਨੇੜੇ ਸਮਝਦੇ ਸੀ ਉਹ ਸਾਨੂੰ ਦੂਰ ਦਿਸਣ ਲੱਗ ਪਿਆ। ਇਹਦਾ ਮਤਲਬ ਇਹ ਹੈ, ਗੁਰੂ ਦੀ ਕਿਰਪਾ ਨਾਲ ਹੁਣ ਸਾਡੀ ਅਕਲ ਹੀ ਹੋਰ ਹੋ ਗਈ, ਸੰਸਾਰਾਕਾਰ ਤੋਂ ਬ੍ਰਹਮਾਕਾਰ ਹੋ ਗਈ, ਅਨਾਤਮਾਕਾਰ ਤੋਂ ਆਤਮਾਕਾਰ ਹੋ ਗਈ। ਜਾਂ ਇਹਦਾ ਦੂਜਾ ਅਰਥ ਹੋਰ ਵੀ ਮਹਾਂਪੁਰਖਾਂ ਨੇ ਕੀਤਾ ਹੈ, ਨਿਵਰੈ ਦੂਰ। ਵੀ ਜਦੋਂ ਗੁਰੂ ਦੀ ਕਿਰਪਾ ਹੋਈ, ਪਹਿਲਾਂ ਤੇ ਨਿਵਰੈ ਦਾ ਅਰਥ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰੇ ਸਾਡੇ ਨੇੜੇ ਸਨ, ਕਾਮ ਕ੍ਰੋਧ ਕਾ ਚੂਲੜਾ ਸਭ ਗਲ ਪਾਏ ਆਏ, ਤੇ ਹੁਣ ਉਹ ਦੂਰ ਹੋ ਗਏ। ਇਹ ਜਿਹੜੇ ਕਾਮ ਆਦਿਕ ਵਿਕਾਰ ਸਨ ਇਹ ਹੁਣ ਦੂਰ ਹੋ ਗਏ ਨੇ। ਦੂਰ ਫੁਨ ਨਿਵਰੈ, ਤੇ ਜਿਹੜੇ ਦੈਵੀ ਗੁਣ ਸਨ, ਸਤ ਸੰਤੋਖ ਦਇਆ ਧਰਮ ਵਿਚਾਰੇ ਸਾਥੋਂ ਦੂਰ ਸਨ, ਤੇ ਇਹ ਹੁਣ ਇਸ ਵੇਲੇ ਨੇੜੇ ਹੋ ਗਏ ਨੇ। ਇਹ ਐਸੀ ਗੁਰੂ ਦੀ ਕਿਰਪਾ ਹੋਈ, ਸਾਡੀ ਹੋਰ ਹੀ ਅਕਲ ਹੋ ਗਈ। ਵਿਕਾਰ ਨੇੜੇ ਸਨ ਉਹ ਦੂਰ ਚਲੇ ਗਏ, ਤੇ ਜਿਹੜੇ ਦੈਵੀ ਗੁਣ ਦੂਰ ਸਨ ਉਹ ਸਾਡੇ ਨੇੜੇ ਆ ਗਏ। ਇਹ ਗੁਰੂ ਦੀ ਕਿਰਪਾ ਨਾਲ ਇਹ ਐਸਾ ਕ੍ਰਿਸ਼ਮਾ ਹੋਇਆ ਹੈ। ਅਥਵਾ ਨਿਵਰੈ ਦੂਰ ਦੂਰ ਫੁਨ ਨਿਵਰੈ, ਇਹਦਾ ਮਤਲਬ ਇਹ ਵੀ ਹੈ ਬਈ ਅਸੀਂ ਅਗਿਆਨ ਕਾਲ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੂੰ ਦੂਰ ਸਮਝਿਆ ਸੀ, ਉਹ ਸਾਡੇ ਨੇੜੇ ਹੋ ਗਿਆ। ਕਿਉਂਕਿ ਅਗਿਆਨ ਕਾਲ ਦੇ ਵਿੱਚ ਵਾਹਿਗੁਰੂ ਦੂਰ ਦਿਸਦਾ ਹੈ, ਜਦੋਂ ਗਿਆਨ ਪ੍ਰਾਪਤ ਹੋ ਜਾਂਦਾ ਫਿਰ ਉਹ ਨੇੜੇ ਹੁੰਦਾ। ਨਿਵਰੈ ਦੂਰ, ਜਿਸ ਨੂੰ ਅਸੀਂ ਨਿਵਰੈ ਦੂਰ ਜਿਸ ਨੂੰ ਨੇੜੇ ਸਮਝਿਆ ਸੀ, ਭਾਵ ਇਸ ਦੁਨੀਆ ਨੂੰ ਨੇੜੇ ਸਮਝਿਆ ਸੀ, ਉਹ ਹੁਣ ਦੂਰ ਹੋ ਗਈ ਹੈ। ਤੇ ਰੱਬ ਦੀ ਦਰਗਾਹ ਨੂੰ ਅਸੀਂ ਦੂਰ ਸਮਝਿਆ ਹੋਇਆ, ਉਹ ਹੁਣ ਸਾਡੇ ਨੇੜੇ ਹੋ ਗਈ ਹੈ। ਐਸੀ ਇਹ ਗੁਰੂ ਨੇ ਕਲਾ ਵਰਤਾ ਦਿੱਤੀ ਹੈ। ਜਿਨ ਜੈਸਾ ਕਰ ਮੰਨਿਆ, ਭਗਤ ਜੀ ਫਰਮਾਉਂਦੇ ਨੇ, ਜਿਸ ਮਨੁੱਖ ਨੇ ਜਿਹੋ ਜਿਹਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਿਆ ਹੈ, ਭਾਵ ਉਸ ਵਾਹਿਗੁਰੂ ਪਰਮੇਸ਼ਰ ਨੂੰ ਕੋਈ ਕਿਸੇ ਰੂਪ ਦੇ ਵਿੱਚ ਕੋਈ ਕਿਸੇ ਰੂਪ ਦੇ ਵਿੱਚ ਮੰਨਦਾ ਹੈ, ਤੇ ਵਾਹਿਗੁਰੂ ਉਹੋ ਜਿਹਾ ਉਹਨੂੰ ਪ੍ਰਤੀਤ ਹੁੰਦਾ ਹੈ। ਵਾਸਤਵ ਦੇ ਵਿੱਚ ਵਾਹਿਗੁਰੂ ਦਾ ਆਪਣਾ ਰੰਗ ਰੂਪ ਕੋਈ ਨਹੀਂ। ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸਹਿ 부ਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਪਰ ਜਿਹੋ ਜਿਹੀ ਕੋਈ ਭਾਵਨਾ ਕਰ ਲਵੇ, ਜਿਵੇਂ ਪੁਰਾਣੇ ਸਮੇਂ ਦੇ ਵਿੱਚ ਲੋਕਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਦਾ ਚਤੁਰਭੁਜੀ ਸਰੂਪ ਕਲਪਿਆ ਹੋਇਆ ਸੀ,
ਤੇ ਕਈ ਲੋਕ ਅਵਤਾਰਾਂ ਨੂੰ ਵੀ ਪਰਮੇਸ਼ਰ ਦਾ ਰੂਪ ਮੰਨਦੇ ਹਨ, ਰਾਮ ਕ੍ਰਿਸ਼ਨ ਆਦਿਕਾਂ ਨੂੰ। ਤੇ ਅਸੀਂ ਜਿਹੜੇ ਗੁਰਸਿੱਖ ਹਾਂ, ਅਸੀਂ ਆਪਣੇ ਗੁਰੂਆਂ ਨੂੰ ਰੱਬ ਦਾ ਰੂਪ ਸਮਝਦੇ ਹਾਂ। ਗੱਲ ਕੀ ਉਹ ਵਾਹਿਗੁਰੂ ਪਰਮੇਸ਼ਰ ਨੂੰ ਜਿਹੋ ਜਿਹਾ ਕੋਈ ਸਮਝਦਾ ਹੈ, ਜਿਹੋ ਜਿਹਾ ਕੋਈ ਮੰਨਦਾ ਹੈ, ਉਹੋ ਜਿਹਾ ਉਹਨੂੰ ਪ੍ਰਤੀਤ ਹੁੰਦਾ ਹੈ। ਇਹਦਾ ਮਤਲਬ ਵਾਹਿਗੁਰੂ ਦਾ ਕੋਈ ਖਾਸ ਰੂਪ ਨਹੀਂ ਹੈ। ਜਿਹੋ ਜਿਹੀ ਭਾਵਨਾ ਕਿਸੇ ਦੀ ਬਣ ਜਾਂਦੀ ਹੈ ਬਈ ਮੈਨੂੰ ਇਸ ਰੂਪ ਦੇ ਵਿੱਚ ਉਹ ਵਾਹਿਗੁਰੂ ਦੇ ਦਰਸ਼ਨ ਹੋਣ, ਤੇ ਉਹੀ ਰੂਪ ਧਾਰਨ ਕਰ ਲੈਂਦਾ। ਜੇ ਕੋਈ ਗੁਰਸਿੱਖ ਹੈ, ਉਹ ਕਹਿੰਦਾ ਮੈਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਜਾਣ, ਤੇ ਵਾਹਿਗੁਰੂ ਉਹ ਰੂਪ ਧਾਰਨ ਕਰਕੇ ਦਰਸ਼ਨ ਦੇ ਦਿੰਦਾ। ਜੇ ਕੋਈ ਆਖੇ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਰੂਪ ਦੇ ਵਿੱਚ ਦਰਸ਼ਨ ਹੋਣ, ਵਾਹਿਗੁਰੂ ਉਹ ਰੂਪ ਧਾਰਨ ਕਰ ਲੈਂਦਾ ਹੈ। ਜੇ ਕੋਈ ਇਹ ਆਖੇ ਮੈਨੂੰ ਕਿਸੇ ਹੋਰ ਮਹਾਂਪੁਰਖ ਦੇ ਰੂਪ ਦੇ ਵਿੱਚ ਦਿਸੇ, ਉਹ ਦਿਸ ਪੈਂਦਾ। ਪਰ ਵਾਹਿਗੁਰੂ ਦਾ ਆਪਣਾ ਰੂਪ ਤੇ ਕੋਈ ਨਹੀਂ ਹੈ। ਹਾਂ, ਜਿਨ ਜੈਸਾ ਕਰ ਮੰਨਿਆ, ਤੇ ਜਿਹੋ ਜਿਹਾ ਕੋਈ ਉਹਨੂੰ ਮੰਨਦਾ ਹੈ ਤੇ ਉਹ ਜਿਹਾ ਰੂਪ ਧਾਰਨ ਕਰਕੇ ਉਹਦੀ ਭਾਵਨਾ ਅਨੁਸਾਰ ਦਰਸ਼ਨ ਦੇ ਦਿੰਦਾ ਹੈ।